ਹੈਲੋ ਸਟੂਡੈਂਟਸ, ਡਾਟਾ ਸਟਰਕਚਰ ਦੇ ਅੱਜ ਨੈਕਸਟ ਲੈਕਚਰ 'ਚ ਆਪਾਂ ਦੇਖਾਂਗੇ ਸਟੈਕ ਵੀ ਕੀ ਹੈ, ਇੱਕ ਡਾਟਾ ਸਟਰਕਚਰ ਦੀ ਟਾਈਪ ਹੈ। ਆਪਾਂ ਸਟਾਰਟਿੰਗ 'ਚ ਦੇਖਿਆ ਸੀ ਕਿ ਡਾਟਾ ਸਟਰਕਚਰ ਦੀਆਂ ਬੇਸਿਕਲੀ ਦੋ ਟਾਈਪਸ ਨੇ, ਦੋ ਕੈਟੇਗਰੀਜ਼ 'ਚ ਆਪਾਂ ਉਹਨੂੰ ਡਿਵਾਈਡ ਕਰਦੇ ਹਾਂ। ਇੱਕ ਹੁੰਦਾ ਲੀਨੀਅਰ ਡਾਟਾ ਐਂਡ ਇੱਕ ਨੋਨ ਲੀਨੀਅਰ ਡਾਟਾ। ਸੋ ਸਟੈਕ ਕੀ ਹੈ, ਇੱਕ ਲੀਨੀਅਰ ਡਾਟਾ ਸਟਰਕਚਰ ਦੀ ਟਾਈਪ ਹੈ। ਇਸ ਤੋਂ ਪਹਿਲਾਂ ਆਪਾਂ ਐਰੇ ਦੀ ਕਰ ਚੁੱਕੇ ਹਾਂ, ਐਰੇ ਦੇ ਆਪਰੇਸ਼ਨਸ ਵੀ ਕਰ ਚੁੱਕੇ ਹਾਂ। ਸੋ ਨੈਕਸਟ ਟੋਪਿਕ ਹੈ ਸਟੈਕ, ਅਤੇ ਆਪਾਂ ਦੇਖਾਂਗੇ ਕਿ ਸਟੈਕ ਕੀ ਹੁੰਦਾ ਹੈ ਅਤੇ ਉਹਦੇ ਕਿਹੜੇ ਆਪਰੇਸ਼ਨਸ ਨੇ ਅਤੇ ਉਹ ਕਿਵੇਂ ਪਰਫੋਰਮ ਕਰ ਸਕਦੇ ਆਪਾਂ। ਸੋ ਵਟ ਇਜ਼ ਏ ਸਟੈਕ? ਸਟੈਕ ਕੀ ਹੈ? ਸਟੈਕ ਇਜ਼ ਐਨ ਆਰਡਰਡ ਗਰੁੱਪ ਆਫ ਹੋਮੋ ਡਾਟਾ ਐਲੀਮੈਂਟਸ। ਸੋ ਸਟੈਕ ਵੀ ਇੱਕ ਐਰੇ ਦੀ ਤਰ੍ਹਾਂ ਇੱਕ ਹੋਮੋਜੀਨੀਅਸ ਡਾਟਾ, ਇਹਦੇ ਵਿੱਚ ਵੀ ਆਪਾਂ ਸੇਮ ਡਾਟਾ ਟਾਈਪ ਦੇ ਐਲੀਮੈਂਟਸ ਨੂੰ ਸਟੋਰ ਕਰਵਾ ਸਕਦੇ ਹਾਂ। ਬਟ ਇਹਦੇ ਵਿੱਚ ਇੱਕ ਲਿਮਿਟੇਸ਼ਨ ਹੋ ਜਾਂਦੀ ਹੈ ਕਿ ਇਨ ਏ ਸਟੈਕ all operations like insertion and deletions are performed at only one end called top। ਇਹਦੇ ਵਿੱਚ ਕੀ ਲਿਮਿਟੇਸ਼ਨ ਆ ਜਾਂਦੀ ਹੈ ਕਿ ਅਗਰ ਤੁਸੀਂ ਕੋਈ ਵੀ ਐਲੀਮੈਂਟ ਇਨਸਰਟ ਕਰਨਾ ਹੈ ਜਾਂ ਕੋਈ ਵੀ ਐਲੀਮੈਂਟ ਡਿਲੀਟ ਕਰਨਾ ਹੈ ਤਾਂ ਉਹ ਸਿਰਫ ਆਪਾਂ ਇੱਕੋ ਹੀ ਐਂਡ ਤੋਂ ਡਿਲੀਟ ਕਰ ਸਕਦੇ ਹਾਂ। ਅਨਲਾਈਕ ਐਰੇ 'ਚ ਆਪਾਂ ਕਿਤੇ ਵੀ ਕੋਈ ਵੀ ਐਲੀਮੈਂਟ ਇਨਸਰਟ ਕਰਦੇ ਸੀ ਅਤੇ ਕਿਤੇ ਵੀ ਕੋਈ ਵੀ ਐਲੀਮੈਂਟ ਨੂੰ ਡਿਲੀਟ ਕਰ ਸਕਦੇ ਸੀ। ਬਟ ਸਟੈਕ ਦੇ ਵਿੱਚ ਆਪਾਂ ਸਿਰਫ ਟੋਪ ਤੋਂ ਯਾਨੀ ਕਿ ਇੱਕੋ ਹੀ ਐਂਡ ਤੋਂ ਐਲੀਮੈਂਟਸ ਨੂੰ ਡਿਲੀਟ ਜਾਂ ਇਨਸਰਟ ਕਰ ਸਕਦੇ ਹਾਂ। ਜਸਟ ਲਾਈਕ ਅ ਸਟੈਕ ਆਫ ਕਾਰਡਸ ਔਰ ਸਟੈਕ ਆਫ ਪਲੇਟਸ। ਜਿੱਦਾਂ ਆਪਾਂ ਸਟੈਕ, ਸਪੋਜ਼ ਆਪਣੇ ਕੋਲ ਇੱਕ ਪਲੇਟਸ ਦਾ ਸਟੈਕ ਲੱਗਿਆ ਹੋਇਆ ਹੈ ਤਾਂ ਆਪਾਂ ਪਲੇਟਸ ਨੂੰ ਉੱਪਰ ਹੀ ਰੱਖਦੇ ਜਾਂਦੇ ਹਾਂ। ਅਗਰ ਇਨਸਰਟ ਕਰਨੀ ਹੈ ਯਾਨੀ ਕਿ ਕੋਈ ਵੀ ਪਲੇਟ ਐਡ ਕਰਨੀ ਹੈ ਤਾਂ ਆਪਾਂ ਉੱਪਰ ਰੱਖਦੇ ਹਾਂ। ਅਗਰ ਕੋਈ ਪਲੇਟ ਚੱਕਣੀ ਹੈ ਤਾਂ ਵੀ ਉੱਪਰੋਂ ਦੀ ਹੀ ਚੱਕਦੇ। ਸੋ ਉਸੇ ਤਰੀਕੇ ਨਾਲ ਸਟੈਕ ਦੇ ਵਿੱਚ ਆਪਾਂ ਆਪਰੇਸ਼ਨਸ ਪਰਫੋਰਮ ਕਰਾਂਗੇ। ਸੋ ਦੀ ਲਾਸਟ ਐਲੀਮੈਂਟ ਟੂ ਬੀ ਐਡਡ ਇਜ਼ ਦੀ ਫਸਟ ਟੂ ਬੀ ਰਿਮੂਵਡ। ਜਿਹੜਾ ਐਲੀਮੈਂਟ ਸਭ ਤੋਂ ਲਾਸਟ ਦੇ ਵਿੱਚ ਐਡ ਕੀਤਾ ਜਾਏਗਾ ਸਟੈਕ ਦੇ ਵਿੱਚ, ਅਤੇ ਉਹਨੂੰ ਹੀ ਆਪਾਂ ਸਭ ਤੋਂ ਪਹਿਲਾਂ ਰਿਮੂਵ ਕਰਾਂਗੇ। ਯਾਨੀ ਕਿ ਜਦੋਂ ਵੀ ਆਪਾਂ ਨੇ ਕੋਈ ਵੀ ਐਲੀਮੈਂਟ ਨੂੰ ਰਿਮੂਵ ਕਰਨਾ ਹੈ, ਡਿਲੀਟ ਕਰਨਾ ਹੈ, ਤਾਂ ਆਪਾਂ ਸਭ ਤੋਂ ਟੋਪ ਮੋਸਟ ਐਲੀਮੈਂਟ ਨੂੰ ਪਿਕ ਕਰਾਂਗੇ। ਸੋ ਇਸੇ ਕਰਕੇ ਇਸ ਲਿਸਟ ਨੂੰ ਲੀਫੋ ਵੀ ਬੋਲਦੇ ਆ, ਲਾਸਟ ਇਨ ਫਸਟ ਆਊਟ। ਸੋ ਸਟੈਕ ਇਜ਼ ਏ ਲੀਨੀਅਰ ਲਿਸਟ। ਆਪਾਂ ਨੂੰ ਪਤਾ ਹੈ ਕਿ ਇਹ ਇੱਕ ਲੀਨੀਅਰ ਡਾਟਾ ਸਟਰਕਚਰ ਹੈ। ਸੋ ਸਟੈਕ ਦੇ ਵਿੱਚ ਕੀ ਹੈ ਕਿ ਆਪਾਂ ਜਿਹੜੇ ਵੀ ਆਪਰੇਸ਼ਨ ਨੇ ਇਨਸਰਸ਼ਨ ਐਂਡ ਡਿਲੀਸ਼ਨ, ਉਹ ਇੱਕੋ ਹੀ ਐਂਡ 'ਤੇ ਪਰਫੋਰਮ ਕਰਨਾ ਹੈ। ਸੋ ਸਟੈਕ ਦੀ ਸਭ ਤੋਂ ਇੰਪੋਰਟੈਂਟ ਪ੍ਰੋਪਰਟੀ ਹੈ ਕਿ ਸਟੈਕ ਦੇ ਵਿੱਚ ਕੋਈ ਵੀ ਇਨਸਰਸ਼ਨ ਜਾਂ ਡਿਲੀਸ਼ਨ ਪਰਫੋਰਮ ਕਰਨੀ ਹੈ ਉਹ ਇੱਕੋ ਹੀ ਐਂਡ ਤੋਂ ਪਰਫੋਰਮ ਕਰਨੀ ਹੈ, ਜਿਹਨੂੰ ਆਪਾਂ ਟੋਪ ਬੋਲਦੇ ਹਾਂ। ਸੋ ਟੋਪ ਆਫ ਦੀ ਸਟੈਕ। ਸੋ ਸਟੈਕ ਨੂੰ ਇਸ ਤਰੀਕੇ ਨਾਲ ਵੀ ਰਿਪਰਜੈਂਟ ਕਰ ਸਕਦੇ ਹਾਂ, ਹੋਰੀਜ਼ੋਨਟਲੀ, ਬਟ ਜਨਰਲੀ ਆਪਾਂ ਸਟੈਕ ਨੂੰ ਵਰਟੀਕਲੀ ਰਿਪਰਜੈਂਟ ਕਰਦੇ ਹਾਂ। ਸੋ ਵਰਟੀਕਲੀ ਇਹ ਇੱਥੇ ਇੱਕ ਆਪਣੇ ਕੋਲ ਸਟੈਕ ਹੈ। ਸਟੈਕ ਹੋਰ ਕੁਛ ਨਹੀਂ, ਜਸਟ ਇੱਕ ਤਰ੍ਹਾਂ ਦਾ ਐਰੇ ਹੀ ਹੈ। ਬਟ ਇਹਦੇ ਵਿੱਚ ਲਿਮਿਟੇਸ਼ਨ ਇਹ ਹੋ ਜਾਂਦੀ ਹੈ ਕਿ ਜੋ ਵੀ ਤੁਸੀਂ ਇਨਸਰਸ਼ਨ ਜਾਂ ਡਿਲੀਸ਼ਨ ਕਰਨੀ ਹੈ ਉਹ ਟੋਪ ਤੋਂ ਕਰਨੀ ਹੈ। ਸਪੋਜ਼ ਆਪਣੇ ਕੋਲ ਇੱਥੇ ਕੁਛ ਐਲੀਮੈਂਟਸ ਨੇ 0 1 2 3 ਐਂਡ 4, ਅਤੇ ਟੋਪ ਆਪਣਾ ਕਿੱਥੇ ਹੈ? 4th। ਸੋ ਅਗਰ ਤੁਸੀਂ ਕੁਛ ਵੀ ਐਲੀਮੈਂਟ ਇਨਸਰਟ ਕਰਨਾ ਹੈ ਤਾਂ 4th ਮਤਲਬ ਉੱਪਰੋਂ ਦੀ ਹੀ ਇਨਸਰਟ ਕਰੋਗੇ, ਅਤੇ ਅਗਰ ਕੁਛ ਵੀ ਡਿਲੀਟ ਕਰਨਾ ਹੈ ਤਾਂ ਉਹਨੂੰ ਵੀ ਉੱਪਰੋਂ ਹੀ ਡਿਲੀਟ ਕਰਾਂਗੇ। ਸੋ ਐਲੀਮੈਂਟ ਨੂੰ ਸਟੈਕ ਨੂੰ ਇੰਪਲੀਮੈਂਟ ਕਿਵੇਂ ਕਰਨਾ ਹੈ? ਸਟੈਕ ਨੂੰ ਇੰਪਲੀਮੈਂਟ ਆਪਾਂ ਦੋ ਤਰੀਕੇ ਨਾਲ ਕਰ ਸਕਦੇ ਹਾਂ, ਐਰੇ ਦੇ ਨਾਲ ਜਾਂ ਫਿਰ ਲਿੰਕ ਲਿਸਟ ਦੇ ਨਾਲ। ਸੋ ਇਸ ਲੈਕਚਰ 'ਚ ਆਪਾਂ ਦੇਖਾਂਗੇ ਕਿ ਸਟੈਕ ਨੂੰ ਆਪਾਂ ਐਰੇ ਨਾਲ ਕਿਵੇਂ ਇੰਪਲੀਮੈਂਟ ਕਰ ਸਕਦੇ ਹਾਂ। ਲਿੰਕ ਲਿਸਟ ਆਪਾਂ ਬਾਅਦ 'ਚ ਦੇਖਾਂਗੇ ਜਦੋਂ ਲਿੰਕ ਲਿਸਟ 'ਤੇ ਜਾਵਾਂਗੇ। ਸੋ ਕਿਹੜੇ ਆਪਰੇਸ਼ਨਸ ਪਰਫੋਰਮ ਕਰਦੇ ਹਾਂ ਸਟੈਕ ਦੇ ਉੱਤੇ? ਦੈਟ ਆਰ ਕ੍ਰੀਏਸ਼ਨ, ਸਟੈਕ ਨੂੰ ਕ੍ਰੀਏਟ ਕਿਵੇਂ ਕਰਨਾ ਹੈ, ਇਨਸਰਸ਼ਨ, ਡਿਲੀਸ਼ਨ ਐਂਡ ਡਿਸਪਲਿੰਗ। ਸੋ ਬੇਸਿਕਲੀ ਜਿਹੜੇ ਮੇਨ ਆਪਰੇਸ਼ਨਸ ਹੋਣਗੇ ਉਹ ਕੀ ਨੇ? ਇਨਸਰਸ਼ਨ ਐਂਡ ਡਿਲੀਸ਼ਨ। ਸੋ ਇਹਨਾਂ ਦੇ ਉੱਤੇ ਆਪਾਂ ਮੇਨ ਫੋਕਸ ਕਰਾਂਗੇ। ਸੋ ਪਹਿਲਾਂ ਦੇਖ ਲੈਂਦੇ ਹਾਂ ਕਿ ਸਟੈਕ ਨੂੰ ਰਿਪਰਜੈਂਟ ਕਿਵੇਂ ਕਰਦੇ ਹਾਂ, ਜਾਂ ਫਿਰ ਕਹਿ ਸਕਦੇ ਹਾਂ ਕਿ ਸਟੈਕ ਨੂੰ ਆਪਾਂ ਕ੍ਰੀਏਟ ਕਿਵੇਂ ਕਰਨਾ ਹੈ। ਸੋ ਸਭ ਤੋਂ ਪਹਿਲਾਂ ਸਟੈਕ ਦਾ ਆਪਾਂ ਸਾਈਜ਼ ਡਿਫਾਈਨ ਕਰਾਂਗੇ। ਜਿੱਦਾਂ ਇੱਕ ਸੀ ਲੈਂਗੁਏਜ ਦੀ ਸਟੇਟਮੈਂਟ ਹੈ ਹੈਸ਼ ਡਿਫਾਈਨ। ਸੋ ਸਾਈਜ਼ 5 ਦਾ ਮਤਲਬ ਕੀ ਹੈ? ਸਾਈਜ਼ ਦੀ ਵੈਲਿਊ 5 ਹੋ ਗਈ। ਜਿਹੜਾ ਕਿ ਆਪਾਂ ਸਟੈਕ ਨੂੰ ਇਨੀਸ਼ੀਅਲਾਈਜ਼ ਕਰਾਂਗੇ ਕਿ ਸਟੈਕ ਦਾ ਜਿਹੜਾ ਸਾਈਜ਼ ਹੈ, ਉਹ ਐਰੇ ਦਾ ਜਿਹੜਾ ਸਾਈਜ਼ ਹੈ ਉਹਦਾ ਸਾਈਜ਼ ਕੀ ਹੈ? 5। ਯਾਨੀ ਕਿ ਉਹਦੇ 'ਚ 5 ਐਲੀਮੈਂਟਸ ਸਟੋਰ ਕਰ ਸਕਦੇ ਹਾਂ, ਜਿਨ੍ਹਾਂ ਦੇ ਇੰਡੈਕਸ ਹੋਣਗੇ 0 1 2 3 ਐਂਡ 4। ਸੋ ਉਸ ਤੋਂ ਬਾਅਦ ਆਪਾਂ ਸਟੈਕ ਨੂੰ ਡਿਕਲੇਅਰ ਕਰਦੇ ਹਾਂ ਇੰਟ ਸਟੈਕ, ਅਤੇ ਬ੍ਰੈਕਟ ਦੇ ਵਿੱਚ ਆਪਾਂ ਉਹਦਾ ਸਾਈਜ਼ ਦੇ ਰਹੇ ਹਾਂ ਜੋ ਕਿ ਮੈਕਸਿਮਮ ਇੰਡੈਕਸ ਹੁੰਦਾ। ਸੋ ਇੰਟ ਸਟੈਕ ਸਾਈਜ਼ ਦੀ ਵੈਲਿਊ ਹੁਣ ਇੱਥੇ ਆਪਾਂ ਮੰਨ ਕੇ ਚੱਲ ਰਹੇ ਹਾਂ 5 ਹੈ। ਸੋ ਇਹਦੇ ਨਾਲ ਕੀ ਹੈ? ਇੱਕ ਐਰੇ ਡਿਕਲੇਅਰ ਹੋ ਜਾਏਗਾ ਜਿਹਦਾ ਨਾਮ ਹੋਏਗਾ ਸਟੈਕ, ਅਤੇ ਉਹਦਾ ਸਾਈਜ਼ ਕਿੰਨਾ ਹੋਏਗਾ? 5। ਯਾਨੀ ਕਿ ਉਹਦੇ 'ਚ 0 ਤੋਂ ਲੈ ਕੇ 4 ਤੱਕ ਐਲੀਮੈਂਟਸ ਹੋਣਗੇ, 0 1 2 3 ਐਂਡ 4। ਦੈਨ ਇੱਕ ਆਪਾਂ ਇਹਦੇ ਵਿੱਚ ਟੋਪ ਯਾਨੀ ਕਿ ਇੱਕ ਵੇਰੀਏਬਲ ਲੈ ਕੇ ਚੱਲਾਂਗੇ ਜੋ ਆਪਾਂ ਨੂੰ ਪੁਆਇੰਟ ਕਰੇਗਾ ਕਿ ਇਸ ਟਾਈਮ 'ਤੇ ਆਪਾਂ ਕਿਹੜੇ ਐਲੀਮੈਂਟ 'ਤੇ ਖੜੇ ਹਾਂ। ਯਾਨੀ ਕਿ ਸਟੈਕ ਦੇ ਵਿੱਚ ਇਸ ਟਾਈਮ 'ਤੇ ਟੋਪ ਐਲੀਮੈਂਟ ਕਿਹੜਾ ਹੈ।
ਸੋ ਉਹ ਜਿਹੜਾ ਇੰਡੈਕਸ ਹੈ ਉਹ ਕਿਹਦੇ ਵਿੱਚ ਸਟੋਰ ਹੋਏਗਾ, ਟੌਪ ਦੇ ਵਿੱਚ। ਤੇ ਇਨੀਸ਼ੀਅਲੀ ਜਦੋਂ ਸਟੈਕ ਦੇ ਵਿੱਚ ਕੋਈ ਵੀ ਐਲੀਮੈਂਟ ਨਹੀਂ ਹੈ ਤਾਂ ਉਸ ਟਾਈਮ ਤੇ ਟੌਪ ਦੀ ਵੈਲਿਊ ਹੋਏਗੀ -1। ਤੇ ਜਿਵੇਂ ਜਿਵੇਂ ਉਹਦੇ 'ਚ ਐਲੀਮੈਂਟ ਇਨਸਰਟ ਹੁੰਦੇ ਜਾਣਗੇ ਆਪਾਂ ਟੌਪ ਦੀ ਵੈਲਿਊ ਇੰਕਰੀਜ਼ ਕਰਦੇ ਜਾਵਾਂਗੇ, ਲਾਈਕ 0 1 2 3 ਐਂਡ ਸੋ ਔਨ। ਸੋ ਇਸ ਤਰੀਕੇ ਨਾਲ ਇੱਕ ਸਟੈਕ ਆਪਾਂ ਨੂੰ ਦਿਖ ਰਿਹਾ ਹੈ। ਇੱਥੇ ਇੱਕ ਐਮਪਟੀ ਸਟੈਕ ਹੈ ਆਪਣੇ ਕੋਲ, ਸਟੈਕ ਜਿਹਦੇ ਵਿੱਚ ਇੰਡੈਕਸ ਨੇ 0 1 2 3 ਐਂਡ 4 ਤੇ ਟੌਪ ਦੀ ਇਨੀਸ਼ੀਅਲ ਵੈਲਿਊ ਕਿੰਨੀ ਹੈ, -1। -1 ਹੋਣ 'ਤੇ ਆਪਾਂ ਨੂੰ ਪਤਾ ਲੱਗ ਰਿਹਾ ਹੈ ਕਿ ਸਟੈਕ ਦੇ ਵਿੱਚ ਕੋਈ ਵੀ ਐਲੀਮੈਂਟ ਪ੍ਰੈਜੈਂਟ ਨਹੀਂ ਹੈ। ਸੋ ਨੈਕਸਟ ਆਪਰੇਸ਼ਨ ਹੈ ਇਨਸਰਸ਼ਨ। ਸੋ ਇੱਕ ਚੀਜ਼ ਧਿਆਨ ਰੱਖਣੀ ਹੈ, ਇਨਸਰਸ਼ਨ ਆਪਰੇਸ਼ਨ ਇਜ਼ ਕੋਲਡ ਐਜ਼ ਪੁਸ਼। ਸਟੈਕ ਦੇ ਵਿੱਚ ਜਿਹੜਾ ਇਨਸਰਸ਼ਨ ਆਪਰੇਸ਼ਨ ਹੈ ਉਹਨੂੰ ਇੱਕ ਪਰਟੀਕੂਲਰ ਨਾਮ ਦਿੱਤਾ ਗਿਆ ਹੈ, ਪੁਸ਼, ਯਾਨੀ ਕਿ ਆਪਾਂ ਐਲੀਮੈਂਟ ਨੂੰ ਪੁਸ਼ ਕਰਦੇ ਹਾਂ ਸਟੈਕ ਦੇ ਵਿੱਚ। ਸੋ ਪੁਸ਼ ਐਲੀਮੈਂਟ, ਇੱਕ ਆਪਾਂ ਐਲਗੋਰਿਦਮ ਡਿਜ਼ਾਈਨ ਕਰਾਂਗੇ ਪੁਸ਼, ਜਿਹਦਾ ਨਾਮ ਕੀ ਹੈ ਪੁਸ਼, ਤੇ ਉਹਦੇ ਵਿੱਚ ਐਲੀਮੈਂਟ ਆਪਾਂ ਇੱਕ ਇਨਸਰਟ ਕਰਨਾ ਹੈ। ਸੋ ਐਲੀਮੈਂਟ ਕੀ ਹੈ, ਐਲੀਮੈਂਟ ਇੱਕ ਵੇਰੀਏਬਲ ਹੈ ਜਿਹਦੇ ਵਿੱਚ ਵੈਲਿਊ ਸਟੋਰ ਕੀਤੀ ਗਈ ਹੈ ਜੋ ਕਿ ਆਪਾਂ ਸਟੈਕ ਦੇ ਵਿੱਚ ਇਨਸਰਟ ਕਰਨੀ ਹੈ। ਸੋ ਸਭ ਤੋਂ ਪਹਿਲਾਂ ਦੇਖਾਂਗੇ ਕਿ ਜਦੋਂ ਆਪਾਂ ਕੋਈ ਵੀ ਵੈਲਿਊ ਇਨਸਰਟ ਕਰ ਰਹੇ ਹਾਂ ਤਾਂ ਆਪਾਂ ਦੇਖਣਾ ਹੈ ਕਿ ਸਟੈਕ ਫੁੱਲ ਤਾਂ ਨਹੀਂ ਹੈ। ਸੋ ਸਟੈਕ ਕਦੋਂ ਫੁੱਲ ਹੋਏਗਾ, ਜਦੋਂ ਟੌਪ ਦੀ ਵੈਲਿਊ ਕੀ ਹੋਏਗੀ, 4। ਯਾਨੀ ਕਿ 4 ਕਿੱਥੋਂ ਪਤਾ ਲੱਗ ਰਿਹਾ ਆਪਾਂ ਨੂੰ, ਇਫ ਟੌਪ ਇਜ਼ ਇਕੁਅਲ ਟੂ ਸਾਈਜ਼ -1। ਸੋ ਅਗਰ ਆਪਾਂ ਰੀਕਾਲ ਕਰੀਏ ਜਦੋਂ ਸਟੈਕ ਕ੍ਰੀਏਟ ਕੀਤਾ ਸੀ ਤਾਂ ਸਾਈਜ਼ ਦੀ ਵੈਲਿਊ ਉੱਥੇ ਕਿੰਨੀ ਸੀ, 5। ਇਹਦਾ ਮਤਲਬ ਆਪਣੇ ਕੋਲ ਇੰਡੈਕਸ ਕਿੰਨੇ ਹੋਣਗੇ, 0 1 2 3 ਐਂਡ 4। ਸੋ ਅਗਰ ਆਪਣਾ ਟੌਪ 4 ਤੇ ਹੈ ਯਾਨੀ ਕਿ ਟੌਪ ਇਜ਼ ਇਕੁਅਲ ਟੂ ਸਾਈਜ਼ -1, ਇਟ ਮੀਨਸ ਸਟੈਕ ਇਜ਼ ਫੁੱਲ, ਅਤੇ ਉੱਥੇ ਆਪਾਂ ਕੋਈ ਵੀ ਐਲੀਮੈਂਟ ਇਨਸਰਟ ਨਹੀਂ ਕਰ ਸਕਦੇ। ਸੋ ਆਪਾਂ ਕੀ ਕਰਾਂਗੇ, ਪ੍ਰਿੰਟ ਕਰਵਾਵਾਂਗੇ ਓਵਰਫਲੋ ਐਂਡ ਐਗਜ਼ਿਟ। ਸੋ ਇੱਥੇ ਐਲਗੋਰਿਦਮ ਇਹ ਇੱਥੇ ਹੀ ਖਤਮ ਹੋ ਜਾਏਗਾ ਅਗਰ ਟੌਪ ਇਜ਼ ਇਕੁਅਲ ਟੂ ਸਾਈਜ਼ -1 ਹੈ। ਅਗਰ ਨਹੀਂ ਹੈ ਦੈਨ ਆਪਾਂ ਨੈਕਸਟ ਸਟੈਪ 'ਤੇ ਜਾਵਾਂਗੇ। ਸੋ ਨੈਕਸਟ ਸਟੈਪ 'ਤੇ ਕੀ ਕਰਨਾ ਹੈ, ਸਭ ਤੋਂ ਪਹਿਲਾਂ ਆਪਾਂ ਟੌਪ ਨੂੰ ਇੱਕ ਇੰਕਰੀਜ਼ ਕਰਾਂਗੇ। ਅਗਰ ਟੌਪ -1 ਹੈ ਤਾਂ ਟੌਪ ਦੀ ਵੈਲਿਊ ਕਿੰਨੀ ਹੋ ਜਾਏਗੀ, 1। ਅਗਰ ਟੌਪ ਦੀ ਵੈਲਿਊ 2 ਹੈ ਸਪੋਜ਼ ਕਰੋ ਤਾਂ ਟੌਪ ਦੀ ਨਵੀਂ ਵੈਲਿਊ ਕਿੰਨੀ ਹੋ ਜਾਏਗੀ, 3। ਯਾਨੀ ਕਿ ਟੌਪ ਨੂੰ ਆਪਾਂ ਅਪਡੇਟ ਕਰਾਂਗੇ ਇੱਕ ਇੰਕਰੀਜ਼ ਕਰਕੇ, ਅਤੇ ਉੱਥੇ ਆਪਾਂ ਨੈਕਸਟ ਜਿਹੜਾ ਐਲੀਮੈਂਟ ਹੈ ਇਨਸਰਟ ਕਰਾਂਗੇ। ਸੋ ਐਲੀਮੈਂਟ ਨੂੰ ਕਿਵੇਂ ਇਨਸਰਟ ਕਰਨਾ ਹੈ, ਸਟੈਕ ਟੌਪ ਇਜ਼ ਇਕੁਅਲ ਟੂ ਐਲੀਮੈਂਟ। ਸੋ ਸਟੈਕ ਕੀ ਹੈ, ਸਟੈਕ ਇਜ਼ ਅ ਨੇਮ ਆਫ ਐਰੇ। ਟੌਪ ਕੀ ਹੈ, ਹੁਣ ਲੇਟੈਸਟ ਇੰਡੈਕਸ ਜਿੱਥੇ ਆਪਾਂ ਨੇ ਐਲੀਮੈਂਟ ਨੂੰ ਇਨਸਰਟ ਕਰਨਾ ਹੈ, ਇਕੁਅਲ ਟੂ ਆਪਰੇਟਰ ਨਾਲ ਆਪਾਂ ਉਹ ਐਲੀਮੈਂਟ ਨੂੰ ਇਨਸਰਟ ਕਰ ਦਾਂਗੇ। ਸੋ ਕਾਫੀ ਇਹ ਸਿੰਪਲ ਜਿਹਾ ਐਲਗੋਰਿਦਮ ਹੈ ਪੁਸ਼ ਦਾ। ਪੁਸ਼ ਕੀ ਹੈ, ਇੱਕ ਇਨਸਰਸ਼ਨ ਆਪਰੇਸ਼ਨ ਹੈ ਜੋ ਕਿ ਸਟੈਕ ਦੇ ਵਿੱਚ ਇੱਕ ਐਲੀਮੈਂਟ ਨੂੰ ਇਨਸਰਟ ਕਰ ਰਹੇ ਹਾਂ। ਨੈਕਸਟ ਐਗਜ਼ਿਟ। ਸੋ ਇਸ ਤਰੀਕੇ ਨਾਲ ਆਪਾਂ ਸਟੈਕ ਦੇ ਵਿੱਚ ਕੋਈ ਵੀ ਐਲੀਮੈਂਟ ਨੂੰ ਪੁਸ਼ ਕਰ ਸਕਦੇ ਹਾਂ। ਨੈਕਸਟ ਹੈ ਡਿਲੀਸ਼ਨ ਆਪਰੇਸ਼ਨ। ਸੋ ਡਿਲੀਸ਼ਨ ਆਪਰੇਸ਼ਨ ਕੀ ਹੈ, ਡਿਲੀਸ਼ਨ ਆਪਰੇਸ਼ਨ ਦਾ ਵੀ ਇੱਕ ਅਲੱਗ ਤੋਂ ਨਾਮ ਰੱਖਿਆ ਗਿਆ ਹੈ। ਸਟੈਕ ਦੇ ਵਿੱਚ ਜਦੋਂ ਕੋਈ ਵੀ ਐਲੀਮੈਂਟ ਨੂੰ ਡਿਲੀਟ ਕਰਦੇ ਹਾਂ ਤਾਂ ਉਹਨੂੰ ਆਪਾਂ ਬੋਲਦੇ ਹਾਂ ਪੌਪ, ਟੂ ਪੌਪ ਅਪ ਦੀ ਐਲੀਮੈਂਟ ਫਰੋਮ ਸਟੈਕ। ਸੋ ਪੌਪ ਜਦੋਂ ਆਪਾਂ ਕਰਨਾ ਹੈ ਉਹਦੇ 'ਚ ਆਪਾਂ ਕੋਈ ਵੀ ਵੇਰੀਏਬਲ ਪਾਸ ਨਹੀਂ ਕਰ ਰਹੇ ਕਿਉਂਕਿ ਆਪਾਂ ਕੁਛ ਵੀ ਇਹਦੇ ਵਿੱਚ ਇਨਸਰਟ ਨਹੀਂ ਕਰ ਰਹੇ। ਸੋ ਫਸਟ ਸਟੈਪ ਕੀ ਹੋਏਗਾ, ਇੱਥੇ ਹੁਣ ਆਪਾਂ ਚੈੱਕ ਕਰਨਾ ਹੈ ਜਦੋਂ ਆਪਾਂ ਕੋਈ ਐਲੀਮੈਂਟ ਨੂੰ ਡਿਲੀਟ ਕਰਦੇ ਹਾਂ ਤਾਂ ਪਹਿਲਾਂ ਚੈੱਕ ਕਰਦੇ ਹਾਂ ਕਿ ਉੱਥੇ ਐਲੀਮੈਂਟ ਪ੍ਰੈਜੈਂਟ ਹੈ ਕੋਈ ਜਾਂ ਨਹੀਂ। ਯਾਨੀ ਕਿ ਸਟੈਕ ਦੇ ਵਿੱਚ ਕੋਈ ਵੀ ਐਲੀਮੈਂਟ ਅਗਰ ਨਹੀਂ ਹੈ ਤਾਂ ਸਟੈਕ ਕੀ ਹੋਏਗਾ, ਐਮਪਟੀ। ਅਤੇ ਉਹ ਕਦੋਂ ਹੋਏਗਾ, ਜਦੋਂ ਟੌਪ ਦੀ ਵੈਲਿਊ -1 ਹੋਏਗੀ। ਸੋ ਇਫ ਟੌਪ ਇਜ਼ ਇਕੁਅਲ ਟੂ -1 ਦੈਨ ਸਟੈਕ ਇਜ਼ ਐਮਪਟੀ ਹੈ। ਸੋ ਆਪਾਂ ਪ੍ਰਿੰਟ ਕਰਵਾਵਾਂਗੇ ਅੰਡਰਫਲੋ ਐਂਡ ਸਿੰਪਲ ਐਗਜ਼ਿਟ ਕਰਾਂਗੇ। ਸੋ ਇੱਥੇ ਇਹ ਧਿਆਨ ਰੱਖਣਾ ਹੈ ਕਿ ਆਪਾਂ ਕੋਈ ਵੀ ਇੱਕ ਪਰਟੀਕੂਲਰ ਇੰਡੈਕਸ ਤੋਂ ਵੈਲਿਊ ਨਾ ਤਾਂ ਡਿਲੀਟ ਕਰ ਸਕਦੇ ਹਾਂ ਅਤੇ ਨਾ ਹੀ ਇਨਸਰਟ ਕਰ ਸਕਦੇ ਹਾਂ। ਹਮੇਸ਼ਾ ਜਿਹੜਾ ਐਲੀਮੈਂਟ ਇਨਸਰਟ ਹੈ ਜਾਂ ਡਿਲੀਟ ਹੈ ਉਹ ਕਿੱਥੋਂ ਦੀ ਹੋਏਗਾ, ਟੌਪ ਤੋਂ ਹੋਏਗਾ। ਯਾਨੀ ਕਿ ਜਿੱਥੇ ਵੀ ਟੌਪ ਇੰਡੈਕਸ ਹੋਏਗਾ ਉਹ ਐਲੀਮੈਂਟ ਨੂੰ ਆਪਾਂ ਡਿਲੀਟ ਕਰਾਂਗੇ, ਅਤੇ ਜਦੋਂ ਵੀ ਇਨਸਰਟ ਕਰਨਾ ਹੈ ਹਮੇਸ਼ਾ ਆਪਾਂ ਟੌਪ 'ਤੇ ਹੀ ਇਨਸਰਟ ਕਰਾਂਗੇ। ਸੋ ਨੈਕਸਟ ਕੀ ਕਰਨਾ ਹੈ, ਆਪਾਂ ਜਿਹੜਾ ਟੌਪ ਦੇ ਉੱਤੇ ਐਲੀਮੈਂਟ ਪਿਆ ਹੈ ਸਟੈਕ ਟੌਪ, ਉਹਨੂੰ ਕਿਸ ਦੇ ਵਿੱਚ ਸਟੋਰ ਕਰਵਾ ਲਾਂਗੇ, ਇੱਕ ਵਾਰੀ ਆਈਟਮ ਦੇ ਵਿੱਚ, ਤਾਂ ਕਿ ਆਪਾਂ ਉਹਨੂੰ ਅੱਗੇ ਪ੍ਰਿੰਟ ਕਰਵਾ ਸਕੀਏ ਜਾਂ ਕੋਈ ਵੀ ਉਹਦਾ ਯੂਜ਼ ਹੈ ਉਹ ਲੈ ਸਕੀਏ। ਸੋ ਆਈਟਮ ਇਜ਼ ਇਕੁਅਲ ਟੂ ਸਟੈਕ ਟੌਪ। ਸੇਮ ਜਿਵੇਂ ਆਪਾਂ ਐਰੇ ਦੇ ਵਿੱਚੋਂ ਐਲੀਮੈਂਟ ਡਿਲੀਟ ਕਰਦੇ ਸੀ ਤਾਂ ਆਪਾਂ ਉਹਨੂੰ ਇੱਕ ਵਾਰੀ ਆਈਟਮ 'ਚ ਸਟੋਰ ਕਰਵਾ ਲੈਂਦੇ ਸੀ, ਉਸੇ ਤਰੀਕੇ ਨਾਲ ਸਟੈਕ ਤੋਂ ਐਲੀਮੈਂਟ ਨੂੰ ਡਿਲੀਟ ਕਰਕੇ ਆਈਟਮ 'ਚ ਸਟੋਰ ਕਰਵਾ ਲਿਆ। ਨੈਕਸਟ ਕੀ ਕਰਨਾ, ਹੁਣ ਟੌਪ ਹੈ ਜਿਹੜਾ ਉਹ ਇੰਡੈਕਸ ਨੂੰ ਆਪਾਂ ਅਪਡੇਟ ਕਰਾਂਗੇ। ਟੌਪ ਇਜ਼ ਇਕੁਅਲ ਟੂ ਟੌਪ -1। ਸੋ ਇਸ ਤਰੀਕੇ ਨਾਲ ਕੀ ਹੈ, ਜਿਹੜਾ ਟੌਪ ਆਪਣਾ ਪੁਆਇੰਟਰ ਹੈ ਜਾਂ ਟੌਪ ਜਿਹੜਾ ਵੇਰੀਏਬਲ ਹੈ ਉਹਦੀ ਵੈਲਿਊ -1 ਹੋ ਜਾਏਗੀ। ਅਗਰ ਸਪੋਜ਼ ਕਰੋ ਆਪਣੇ ਕੋਲ 4, ਪਹਿਲਾਂ ਟੌਪ ਦੀ ਵੈਲਿਊ ਅਗਰ ਸਪੋਜ਼ ਕਰੋ 4 ਹੈ ਤਾਂ ਹੁਣ ਨਵੀਂ ਵੈਲਿਊ ਕਿੰਨੀ ਹੋ ਜਾਏਗੀ, 3। ਅਗਰ ਟੌਪ ਦੀ ਵੈਲਿਊ 0 ਹੈ ਯਾਨੀ ਕਿ ਉਹਦੇ 'ਚ ਇੱਕੋ ਹੀ ਐਲੀਮੈਂਟ ਪ੍ਰੈਜੈਂਟ ਹੈ ਤਾਂ ਨਵੀਂ ਵੈਲਿਊ ਹੋ ਜਾਏਗੀ ਟੌਪ ਦੀ -1, ਜਿੱਥੋਂ ਕਿ ਉਹ ਸਟੈਕ ਹੈ ਦੁਬਾਰਾ ਐਮਪਟੀ ਹੋ ਜਾਏਗਾ। ਸੋ ਇਸ ਤਰੀਕੇ ਨਾਲ ਇਹ ਵੀ ਇੱਕ ਸਿੰਪਲ ਜਿਹਾ ਐਲਗੋਰਿਦਮ ਹੈ ਪੌਪ ਦਾ। ਸੋ ਬੇਸਿਕਲੀ ਸਟੈਕ ਦੇ ਵਿੱਚ ਦੋ ਹੀ ਆਪਾਂ ਐਲਗੋਰਿਦਮ ਦੇਖਣੇ ਆ, ਇਨਸਰਸ਼ਨ ਐਂਡ ਡਿਲੀਸ਼ਨ। ਇਨਸਰਸ਼ਨ ਆਪਰੇਸ਼ਨ ਨੂੰ ਕੀ ਬੋਲਦੇ ਹਾਂ, ਪੁਸ਼, ਅਤੇ ਡਿਲੀਸ਼ਨ ਆਪਰੇਸ਼ਨ ਨੂੰ ਬੋਲਦੇ ਹਾਂ ਪੌਪ। ਸੋ ਨੈਕਸਟ ਹੈ ਡਿਸਪਲੇ।
ਕਿ ਅਗਰ ਆਪਾਂ ਸਟੈਕ ਦੇ ਐਲੀਮੈਂਟਸ ਨੂੰ ਡਿਸਪਲੇ ਕਰਵਾਉਣਾ ਹੈ ਤਾਂ ਸਿੰਪਲੀ ਆਪਾਂ ਇੱਕ ਲੂਪ ਲਗਾਵਾਂਗੇ, ਫੋਰ ਲੂਪ ਲਗਾਵਾਂਗੇ ਫਰੋਮ ਟੋਪ ਟੂ 0 ਤੱਕ। ਸੋ ਦੇਖੋ ਡਿਸਪਲੇ ਇਹਦੇ ਵਿੱਚ ਦੋ ਐਲੀਮੈਂਟ ਆਪਾਂ ਪਾਸ ਕਰ ਰਹੇ ਹਾਂ, ਸਟੈਕ ਐਂਡ ਟੋਪ। ਸਟੈਕ ਕੀ ਇੱਕ ਐਰੇ ਹੈ ਜਿਸ 'ਚ ਕੁਛ ਐਲੀਮੈਂਟ ਸਟੋਰਸ ਨੇ, ਜਿਹੜੇ ਉਹ ਐਲੀਮੈਂਟਸ ਨੇ ਉਹ ਕਿੱਥੇ ਤੱਕ ਸਟੋਰ ਹੋਣਗੇ, ਟੋਪ ਤੱਕ, ਯਾਨੀ ਕਿ 0 ਟੂ ਟੋਪ। ਅਗਰ ਟੋਪ ਦੀ ਵੈਲਿਊ 2 ਹੈ ਇਟ ਮੀਨਸ ਉਸ ਸਟੈਕ ਦੇ ਵਿੱਚ 3 ਐਲੀਮੈਂਟਸ ਨੇ ਐਟ ਇੰਡੈਕਸ 0 1 ਐਂਡ 2। ਸੋ ਆਪਾਂ ਉਹਨਾਂ ਨੂੰ ਪ੍ਰਿੰਟ ਕਰਵਾਵਾਂਗੇ। ਸੋ ਇਹਦੇ ਵਿੱਚ ਚੈੱਕ ਕਰਨਾ ਹੈ ਕਿ ਸਟੈਕ ਐਮਪਟੀ ਤਾਂ ਨਹੀਂ ਹੈ। ਇਫ ਟੋਪ ਇਜ਼ ਇਕੁਅਲ ਟੂ -1 ਦੈਨ ਪ੍ਰਿੰਟ ਐਮਪਟੀ। ਸੋ ਸਟੈਕ ਆਪਣਾ ਐਮਪਟੀ ਹੈ, ਕੋਈ ਵੀ ਐਲੀਮੈਂਟ ਪ੍ਰਿੰਟ ਨਹੀਂ ਹੋਏਗਾ। ਅਦਰਵਾਈਜ਼ ਫਿਰ ਕੀ ਕਰਾਂਗੇ, ਰਿਪੀਟ ਫੋਰ ਆਈ ਇਜ਼ ਇਕੁਅਲ ਟੂ ਟੋਪ ਟੂ 0। ਸੋ ਰਿਪੀਟ ਕਰਾਂਗੇ, ਯਾਨੀ ਕਿ ਫੋਰ ਲੂਪ ਲਗਾਇਆ ਆਪਾਂ ਨੇ, ਆਈ ਦੀ ਵੈਲਿਊ ਟੋਪ ਤੋਂ ਲੈ ਕੇ 0 ਤੱਕ। ਅਗਰ ਟੋਪ ਦੀ ਵੈਲਿਊ 3 ਹੈ ਤਾਂ 3 2 1 ਐਂਡ 0। ਅਗਰ ਟੋਪ ਦੀ ਵੈਲਿਊ 4 ਹੋਏਗੀ ਤਾਂ 4 3 2 1 ਐਂਡ 0। ਅਗਰ ਟੋਪ ਦੀ ਵੈਲਿਊ 2 ਹੈ ਦੈਨ 2 1 ਐਂਡ 0। ਸੋ ਇਸ ਤਰੀਕੇ ਨਾਲ ਇਹ ਲੂਪ ਚੱਲੇਗਾ ਅਤੇ 1 ਬਾਈ 1 ਆਪਾਂ ਐਲੀਮੈਂਟ ਨੂੰ ਪ੍ਰਿੰਟ ਕਰਵਾਵਾਂਗੇ। ਸੋ ਪ੍ਰਿੰਟ ਸਟੈਕ ਆਈ। ਸੋ ਸਟੈਕ ਆਈ ਯਾਨੀ ਕਿ ਆਈ ਦੀ ਵੈਲਿਊ ਸਪੋਜ਼ ਕਰੋ ਟੋਪ ਦੀ ਵੈਲਿਊ 2 ਹੈ ਤਾਂ ਪਹਿਲਾਂ ਸਟੈਕ 2 ਪ੍ਰਿੰਟ ਹੋਏਗਾ, ਦੈਨ ਸਟੈਕ 1 ਪ੍ਰਿੰਟ ਹੋਏਗਾ, ਦੈਨ ਸਟੈਕ 0। ਸੋ ਜੋ ਉਹਨਾਂ ਦੇ ਇੰਡੈਕਸ ਦੇ ਉੱਤੇ ਵੈਲਿਊਜ਼ ਨੇ ਉਹ ਪ੍ਰਿੰਟ ਹੋ ਜਾਣਗੀਆਂ। ਦੈਨ ਐਂਡ ਆਫ ਫੋਰ ਲੂਪ ਐਂਡ ਐਗਜ਼ਿਟ। ਸੋ ਸਪੋਜ਼ ਕਰੋ ਇੱਥੇ ਆਪਣੇ ਕੋਲ ਇੱਕ ਸਟੈਕ ਹੈ ਜਿਹਦੇ ਵਿੱਚ 4 ਐਲੀਮੈਂਟ ਸਟੋਰ ਨੇ। ਸੋ ਇੱਥੇ ਦੇਖੋ ਟੋਪ ਦੀ ਵੈਲਿਊ ਕਿੰਨੀ ਹੈ, 3। ਸੋ ਟੋਪ ਅਗਰ 3 ਹੈ ਇਟ ਮੀਨਸ ਇਹਦੇ ਵਿੱਚ 4 ਐਲੀਮੈਂਟਸ ਨੇ ਐਟ ਇੰਡੈਕਸ 0 1 2 ਐਂਡ 3। ਸੋ ਲੂਪ ਲਗਾ ਰਹੇ ਹਾਂ ਆਪਾਂ ਫੋਰ ਆਈ ਇਜ਼ ਇਕੁਅਲ ਟੂ ਟੋਪ ਟੂ 0। ਸੋ ਇੱਥੇ ਜਿਹੜਾ ਲੂਪ ਹੈ ਉਹ ਆਈ ਦੀ ਵੈਲਿਊ 3 ਤੋਂ ਲੈ ਕੇ 0 ਤੱਕ ਐਗਜ਼ੀਕਿਊਟ ਹੋਏਗਾ। ਸੋ ਪਹਿਲਾਂ ਸਟੈਕ 3 ਯਾਨੀ ਕਿ 10 ਪ੍ਰਿੰਟ ਹੋ ਜਾਏਗਾ, ਦੈਨ ਸਟੈਕ 2 ਦੈਟ ਇਜ਼ 25 ਪ੍ਰਿੰਟ ਹੋ ਜਾਏਗਾ, ਦੈਨ ਸਟੈਕ 1 20 ਪ੍ਰਿੰਟ ਹੋ ਜਾਏਗਾ, ਦੈਨ ਸਟੈਕ 0 12 ਪ੍ਰਿੰਟ ਹੋ ਜਾਏਗਾ। ਸੋ ਇਸ ਤਰੀਕੇ ਨਾਲ ਸਟੈਕ ਦੇ ਜਿਹੜੇ ਐਲੀਮੈਂਟ ਨੇ ਉਹ ਡਿਸਪਲੇ ਹੋ ਜਾਣਗੇ। ਸੋ ਆਈ ਹੋਪ ਤੁਹਾਨੂੰ ਇਹ ਸਾਰੇ ਜਿਹੜੇ ਓਪਰੇਸ਼ਨਸ ਨੇ ਚੰਗੀ ਤਰ੍ਹਾਂ ਸਮਝ ਆ ਗਏ ਹੋਣਗੇ। ਥੈਂਕ ਯੂ।